ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ, ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਭੀਮ ਚੰਦ ਆਪਣੀ ਰਾਜਧਾਨੀ ਬਿਲਾਸਪੁਰ ਦੇ ਵਿੱਚ ਸਾਰੇ ਹੀ ਪਹਾੜੀ ਰਾਜਿਆਂ ਨੂੰ ਆਪਣੇ ਕੋਲ ਸੱਦ ਕੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਉੱਪਰ ਚੜ੍ਹਾਈ ਕਰਨ ਵਾਸਤੇ ਕਹਿ ਰਿਹਾ ਹੈ ਤੇ ਸਾਰੀਆਂ ਗੱਲਾਂ ਦੱਸ ਰਿਹਾ ਹੈ ਕਿ ਇਸ ਤਰ੍ਹਾਂ ਵਾਪਰੀ ਹੈ। ਮੇਰੇ ਭੇਜੇ ਆਦਮੀ ਜੋ ਦੂਤ ਬਣ ਕੇ ਗਏ ਹੈ, ਉਹਨਾਂ ਦਾ ਅਪਮਾਨ ਕੀਤਾ ਗਿਆ ਹੈ। ਨਰਾਦਰੀ ਕਰਕੇ ਉਹਨਾਂ ਨੂੰ ਦਰਬਾਰ ਵਿੱਚੋਂ ਕੱਢਿਆ ਗਿਆ ਹੈ। ਸੁਣ ਕਰਕੇ ਸਾਰੀ ਸਭਾ ਜਿਹੜੀ ਹੈ ਉਹ ਵਿਚਾਰ ਮਸ਼ਵਰਾ ਕਰ ਰਹੀ ਹੈ। ਕਿਰਪਾਲ ਕਟੋਚੀਆ ਭੀਮ ਚੰਦ ਨੂੰ ਸਲਾਹ ਦਿੰਦਾ ਹੈ ਕਿ ਪੁੱਤਰ ਦਾ ਘਰੇ ਵਿਆਹ ਰੱਖਿਆ ਹੈ ਤੇ ਖੁਸ਼ੀ ਦੇ ਸਮੇਂ ਸ਼ੋਕ ਫੈਲ ਜਾਵੇਗਾ ਪਰਿਵਾਰ ਵਿੱਚ ਜੇ ਜੰਗ ਹੋਇਆ। ਜਾਂ ਜੰਗ ਨੂੰ ਟਾਲੋ ਤੇ ਜਾਂ ਫਿਰ ਵਿਆਹ ਨੂੰ ਟਾਲ ਦੇਣਾ ਕਰੋ। ਸੁਣ ਕੇ ਵਜ਼ੀਰ ਨੇ ਵੀ ਇਹੀ ਸਲਾਹ ਦਿੱਤੀ ਹੈ। ਨੇ ਹੱਕ ਗੁਰਾਂ ਨਾਲ ਝਗੜਾ ਪਾ ਲਿਆ ਹੈ। ਹੁਣ ਇਹ ਝਗੜਾ ਜੋ ਗੱਲ ਪੈ ਗਿਆ ਹੈ, ਇਸ ਨੂੰ ਹਾਲ ਦੀ ਘੜੀ ਟਾਲਣ ਵਿੱਚ ਹੀ ਦਾਨਸ਼ਮੰਦਤਾ ਤੇ ਸਿਆਣਪ ਹੈ। ਕੋਈ ਵੀ ਨਿਰਣਾ ਸਭਾ ਵਿੱਚ ਨਾ ਹੋਇਆ। ਸਭਾ ਬਰਖਾਸਤ ਹੋਈ। ਭੀਮ ਚੰਦ ਘਰੇ ਗਿਆ ਰਣਵਾਸ ਵਿੱਚ। ਰਾਣੀ ਨੇ ਵੀ ਇਹੀ ਸਲਾਹ ਦਿੱਤੀ, ਪੁੱਤਰ ਦਾ ਵਿਆਹ ਕਰੀਏ ਤੇ ਲੜਾਈ ਝਗੜਾ ਨਾ ਕਰੀਏ। ਮਨ ਦੁਬਿਧਾ ਗ੍ਰਸਤ ਕਿਸੇ ਗੱਲ ਤੇ ਟਿਕ ਨਹੀਂ ਰਿਹਾ ਤੇ ਬਹੁਤ ਚਿੰਤਾਤੁਰ ਤੇ ਵਿਆਕੁਲ ਹੈ ਭੀਮ ਚੰਦ। ਰਾਤ ਰਣਵਾਸ ਵਿੱਚ ਵਿਸ਼ਰਾਮ ਕੀਤਾ। ਚਿੰਤਾ ਗ੍ਰਸਤ ਜਾਗੋ ਮੀਟੀ ਵਿੱਚ ਹੀ ਰਾਤ ਬਤੀਤ ਹੋਈ। ਇਹ ਪ੍ਰਸੰਗ ਆਪਾਂ ਸਰਵਣ ਕਰ ਚੁੱਕੇ ਹਾਂ। ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ, ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਉਠ ਪ੍ਰਭਾਤ ਕੋ ਸੌਚ ਕਰ। ਪ੍ਰਭਾਤ ਹੋਈ, ਸਵੇਰ ਹੋਈ। ਭੀਮ ਚੰਦ ਉੱਠਿਆ। ਉੱਠ ਕੇ ਇਸਨੇ ਆਪਣੀ ਸ਼ੌਚ ਕਿਰਿਆ ਕੀਤੀ। ਸਭਾ ਬੁਲਾਏ। ਤਿਆਰ ਹੋ ਕੇ ਸਭਾ ਵਿੱਚ ਆਇਆ। ਸਾਰੀ ਸਭਾ ਆਮੰਤਰਿਤ ਕੀਤੀ। ਸਾਰੇ ਹੀ ਰਾਜਿਆਂ ਨੂੰ ਸਭਾ ਵਿੱਚ ਬੁਲਾਇਆ। ਜੇ ਠਾਕੁਰ ਗਿਰਪਤ ਹੋਤੇ। ਜਿਹੜੇ ਗਿਰਪਤੀ ਪਹਾੜੀ ਰਾਜੇ ਸਨ ਅਤੇ ਠਾਕੁਰ ਨਾਮ ਮਾਲਕ ਦਾ ਵੀ ਹੁੰਦਾ ਹੈ, ਜਾਂ ਠਾਕੁਰ ਇੱਕ ਗੋਤ ਵੀ ਹੈ। ਠਾਕੁਰ ਜਿਹੜੇ ਹੈ ਗਿਰਪਤੀ ਪਹਾੜੀਏ, ਉਹਨਾਂ ਨੂੰ ਵੀ ਠਾਕੁਰਾਂ ਨੂੰ ਵੀ ਸਭਾ ਵਿੱਚ ਬੁਲਾਇਆ ਗਿਆ। ਚੱਲ ਕੇ ਤਹ ਆਏ। ਸਾਰੇ ਸਭਾ ਵਿੱਚ ਇਕੱਤਰਿਤ ਹੋਏ। ਸਾਰੇ ਹੀ ਸਭਾ ਵਿੱਚ ਹਾਜ਼ਰ ਹੋਏ।
ਕਰਿਓ ਫਿਕਰ ਕੋ ਜ਼ਿਕਰ ਤਬ। ਤਦੋਂ ਇਹ ਜੰਗ ਵਾਲੀ ਗੱਲ ਦਾ ਜੋ ਫਿਕਰ ਸੀ, ਚਿੰਤਾ ਲੱਗ ਰਹੀ ਸੀ, ਇਸ ਸੰਬੰਧੀ ਸਭਾ ਵਿੱਚ ਜ਼ਿਕਰ ਚੱਲਿਆ ਹੈ। ਸੰਸੈ ਉਰ ਐਸੇ। ਤੇ ਸਾਰਿਆਂ ਦੇ ਮਨ ਦੇ ਵਿੱਚ ਸੰਸਾ ਹੈ ਇਸ ਤਰ੍ਹਾਂ ਲਰੇ ਬਿਨਾ ਬਨਹੀਨਤਾ। ਕਿ ਦੋਨੋਂ ਹੀ ਗੱਲਾਂ ਜਿਹੜੀਆਂ ਉਹ ਹੋ ਨਹੀਂ ਸਕਦੀਆਂ। ਜੰਗ ਹੈ ਤੇ ਵਿਆਹ ਟਾਲਣਾ ਪਵੇਗਾ, ਵਿਆਹ ਤੇ ਜੰਗ। ਭੀਮ ਚੰਦ ਦਾ ਮਨ ਇਸ ਸੰਸ਼ੇ ਵਿੱਚ ਗਰਸਿਆ ਹੋਇਆ ਹੈ ਕਿ ਜੇ ਮੈਂ ਨਹੀਂ ਲੜਦਾ ਤੇ ਇਹਦੇ ਵਿੱਚ ਮੇਰੀ ਬੜੀ ਹੀਨਤਾ ਹੈ, ਮੇਰੀ ਬਹੁਤ ਨਿਊਨਤਾ ਹੈ, ਮੇਰੀ ਬੜੀ ਹਾਨੀ ਹੋਵੇਗੀ। ਸਹਿ ਸਕਉ ਨਾ ਕੈਸੇ। ਤੇ ਆਪਣੀ ਇਹ ਹੀਨਤਾ ਨੂੰ ਮੈਂ ਕਿਵੇਂ ਸਹਾਰ ਸਕਾਂਗਾ? ਮੇਰੇ ਕੋਲੋਂ ਇਹ ਹੀਨਤਾ ਸਹਾਰੀ ਨਹੀਂ ਜਾਣੀ। ਦੇਸ਼ ਹਮਾਰੇ ਮਹਿ ਬਸੈ। ਸਾਡੇ ਹੀ ਦੇਸ਼ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਰਹਿੰਦੇ ਐ। ਨਿਤ ਦੂਣ ਬਿਹਾਰੈ। ਨਿਤਾ ਪ੍ਰਤੀ ਦੂਣ ਵਿੱਚ ਵਿਚਰਦੇ ਐ। ਕਹਿਲੂਰ ਦੇ ਇਲਾਕੇ ਵਿੱਚ ਸੁਤੰਤਰ ਵਿਚਰਦੇ ਐ। ਮਨ ਭਾਵਤ ਕਰ ਜਾਤ ਹੈ। ਮਨ ਭਾਉਂਦੀਆਂ ਗੱਲਾਂ ਕਰਕੇ ਜਾਂਦੇ, ਮਨ ਭਾਉਂਦਾ ਸ਼ਿਕਾਰ ਖੇਲ ਕੇ ਜਾਂਦੇ। ਗਨ ਕ੍ਰਿਖੀ ਬਿਗਾਰੈ। ਬਹੁਤ ਖੇਤੀ ਤਥਾ ਫਸਲ ਉਜਾੜ ਜਾਂਦੇ ਐ। ਇਕ ਤਉ ਜਾਚੀ ਬਸਤ ਜੋ। ਫਿਰ ਇੱਕ ਤਾਂ ਜਿਹੜੀ ਮੈਂ ਵਸਤੂ ਜਾਚੀ ਸੀ, ਮੰਗੀ ਸੀ, ਹਮ ਵਿਆਹ ਮਝਾਰੀ। ਵਿਆਹ ਵਾਸਤੇ ਮੰਗੀ ਸੀ ਹਾਥੀ, ਪਰ ਉਹ ਵੀ ਪਰੇ ਕਾਮ ਸਭ ਲੇਤ ਹੈ। ਕੰਮ ਪੈਣ ਤੋਂ ਕਿਹੜਾ ਨਹੀਂ ਲੈਂਦਾ। ਕੰਮ ਪੈਣ ਤੋਂ ਲੈਣ ਦੇਣ ਤੇ ਚੱਲਦਾ ਹੀ ਰਹਿੰਦਾ ਸਾਰਿਆਂ ਵਿੱਚ ਹੀ। ਛੋਟੇ ਤੋਂ ਲੈ ਕੇ ਵੱਡੇ ਤੀਕ, ਗਰੀਬ ਤੋਂ ਲੈ ਕੇ ਅਮੀਰ ਤੱਕ ਲੈਣ ਦੇਣ ਤੇ ਸਾਰਿਆਂ ਵਿੱਚ ਹੀ ਚੱਲਦਾ ਰਹਿੰਦਾ। ਇਹ ਜਗ ਮਹਿਕਾਰੀ। ਇਹ ਜਗਤ ਦੀ ਇੱਕ ਕਾਰ ਹੈ, ਜਗਤ ਦੀ ਰੀਤ ਹੈ, ਲੈਣ ਦੇਣ ਤੇ ਚੱਲਦਾ ਹੀ ਰਹਿੰਦਾ। ਸੋ ਤੋ ਦੇਨੀ ਕਿਤ ਰਹੀ। ਸੋ ਇੱਕ ਵਸਤੂ ਮੰਗੀ ਸੀ ਹਾਥੀ, ਉਹ ਦੇਣਾ ਤੇ ਕਿਧਰੇ ਰਿਹਾ। ਜੋ ਲੈਨ ਪਠਾਏ। ਜਿਹੜੇ ਲੈਣ ਵਾਸਤੇ ਭੇਜੇ ਸੀ, ਆਪਣਾ ਮੈਂ ਸਾਲਾ ਭੇਜਿਆ ਸੀ, ਪ੍ਰੋਤ ਭੇਜਿਆ ਸੀ। ਤਿਨ ਕੋ ਕਰ ਅਪਮਾਨ ਬਹੁ। ਉਹਨਾਂ ਦਾ ਅਪਮਾਨ ਕੀਤਾ ਗਿਆ ਹੈ ਸ਼ਰੇਆਮ। ਉਹਨਾਂ ਨੂੰ ਧੱਕਾ ਮੁੱਕੀ ਕਰਕੇ ਤੇ ਸਭਾ ਚੋਂ ਧੱਕੇ ਮਾਰ ਕੇ ਬਾਹਰ ਕੱਢ ਕੇ ਅਪਮਾਨਿਤ ਕੀਤਾ ਗਿਆ ਹੈ। ਉਹਨਾਂ ਦਾ ਨਿਰਾਦਰ ਕੀਤਾ ਗਿਆ ਹੈ। ਔਰ ਤੇ ਨਿਕਸਾਏ। ਤੇ ਇਉਂ ਨਿਰਾਦਰੀ ਕਰਕੇ ਧੱਕੇ ਮਾਰ ਮਾਰ ਨਗਰੀ ਆਨੰਦਪੁਰ ਸਾਹਿਬ ਦੇ ਵਿੱਚੋਂ ਕੱਢਿਆ ਗਿਆ ਹੈ। ਸੋ ਸੁਨ ਐਸੀ ਬਾਤ ਕੋ। ਸੋ ਇਹ ਜਿਹੜੀ ਗੱਲ ਸੁਣ ਕੇ ਜਰਤੀ ਬਹੁ ਛਾਤੀ। ਮੇਰੀ ਛਾਤੀ ਸੜਦੀ ਹੈ। ਕ੍ਰੋਧ ਦੀ ਅੱਗ ਵਿੱਚ ਮੇਰਾ ਹਿਰਦਾ ਸੜਦਾ ਹੈ। ਮੇਰੇ ਇਲਾਕੇ ਵਿੱਚ ਰਹਿਣ, ਸੁਤੰਤਰ ਵਿਚਰਨ, ਮੈਂ ਕੁਝ ਮੰਗਾਂ ਦੇਣ ਦੀ ਬਜਾਏ ਭੇਜੇ ਹੋਏ ਮੇਰੇ ਆਦਮੀਆਂ ਦੀ ਨਿਰਾਦਰੀ ਕੀਤੀ ਜਾਵੇ। ਮੇਰੇ ਭੇਜੇ ਹੋਏ ਜਿਹੜੇ ਮੇਰੇ ਨਿਕਟਵਰਤੀ, ਮੇਰਾ ਸਾਲਾ, ਮੇਰਾ ਪ੍ਰੋਹਤ, ਉਹਦਾ ਅਪਮਾਨ ਕੀਤਾ ਜਾਵੇ। ਕਿਵੇਂ ਸਹਾਰਾ? ਦੱਸੋ, ਤੁਸੀਂ ਸਾਰੇ ਹੀ ਖਸ਼ਤਰੀ ਰਾਜੇ ਹੋ, ਦੱਸੋ ਇਹ ਜਿਹੜਾ ਅਪਮਾਨ ਮੈਂ ਕਿਵੇਂ ਸਹਾਂ? ਮੇਰੀ ਛਾਤੀ ਸੜਦੀ ਹੈ। ਕ੍ਰੋਧ ਵਿੱਚ ਮੇਰਾ ਹਿਰਦਾ ਦਦਕਦਾ ਹੈ। ਬਦਲੇ ਦੀ ਜਵਾਲਾ ਮੇਰੇ ਹਿਰਦੇ ਵਿੱਚ ਦਦਕਦੀ ਹੈ। ਕਿਵੇਂ ਸਹਾਰਾਂ ਇਹ ਗੱਲਾਂ ਮੈਂ? ਚਿੰਤਾ ਸੋ ਦਿਨ ਗੁਜ਼ਰਤੋ। ਸਾਰਾ ਦਿਨ ਚਿੰਤਾ ਗ੍ਰਸਤ ਗੁਜ਼ਰਦਾ ਮੇਰਾ। ਨਹਿ ਨੀਂਦ ਸੋ ਰਾਤੀ। ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਸੋਚਦਿਆਂ। ਬਿਲਾਸਪੁਰ ਦਾ ਮੈਂ ਰਾਜਾ ਹੋਵਾਂ
ਸਮੂਹ ਇਹ ਦੂਣ ਦੇ ਤਥਾ ਇਹ ਜਿਤਨੀਆਂ ਵੀ 22 ਧਾਰਾਵਾਂ ਹਨ, ਸਾਰਿਆਂ ਵਿੱਚ ਮੇਰਾ ਮਾਨ ਹੋਵੇ, ਸਨਮਾਨ ਹੋਵੇ, ਤੇ ਮੇਰੇ ਇਲਾਕੇ ਵਿੱਚ ਰਹਿਣ ਵਾਲੇ ਮੇਰੀ ਪਰਵਾਹ ਨਾ ਕਰਨ, ਮੇਰੇ ਇਲਾਕੇ ਵਿੱਚ ਰਹਿਣ ਵਾਲੇ ਮੇਰਾ ਖੌਫ ਨਾ ਧਾਰਨ ਕਰਕੇ ਸਗੋਂ ਮੈਨੂੰ ਵਸਤੂ ਦੇਣੀ ਤਾਂ ਕੀ ਭੇਜਣ ਵਾਲੇ ਆਦਮੀਆਂ ਦੀ ਨਰਾਦਰੀ ਕਰਕੇ ਮੇਰਾ ਅਪਮਾਨ ਕਰਨ। ਕਿਵੇਂ ਚੱਲਾਂ ਦੱਸੋ ਤੁਸੀਂ, ਇਹ ਗੱਲਾਂ ਮੈਂ ਕਿਵੇਂ ਸਹਾਰਾਂ, ਅਸਹਿਲੀਏ ਹੋ ਰਹੀਆਂ ਮੇਰੇ ਕੋਲੋਂ। ਚਤੁਰ ਕਿਰਪਾਲ ਕਟੋਚੀਆ, ਕਿਰਪਾਲ ਕਟੋਚੀਆ ਬੜਾ ਚਤੁਰ ਹੈ। ਇਸ ਤਰ੍ਹਾਂ ਹੈ ਜੈਸੇ ਸ਼ਕੁਨੀ ਸੀ, ਬਹੁਤ ਚਤੁਰ, ਗੰਧਾਰ ਨਰੇਸ਼ ਸ਼ਕੁਨੀ ਗੰਧਾਰੀ ਦਾ ਭਰਾ, ਜਿਸਨੇ ਹੀ ਇਹ ਸੰਕਲਪ ਮਾਨੋ ਲਿਆ ਸੀ ਕਿ ਕੌਰਵ ਪਾਂਡਵਾਂ ਦਾ ਵਿਨਾਸ਼ ਕਰਨਾ, ਹਰ ਤਰ੍ਹਾਂ ਦੀ ਕੂਟਨੀਤੀ ਵਿੱਚ ਨੀਤੱਗਯ ਸੀ। ਤਥਾ ਕਿਰਪਾਲ ਕਟੋਚੀਆ ਜਿਹੜਾ ਹੈ ਬਹੁਤ ਕੂਟਨੀਤੀ ਗਿਆਤਾ ਹੈ। ਵੱਡ ਬੈਰ ਵਧਾਵਾ, ਵੱਡਾ ਵੈਰ ਸਤਿਗੁਰਾਂ ਦਾ ਤੇ ਭੀਮ ਚੰਦ ਦਾ ਵਧਾ ਵੀ ਦਿੱਤਾ ਹੈ, ਵਧਾਇਆ ਚਾਹੁੰਦਾ ਵੀ ਸੀ ਤੇ ਲੜਾਉਣਾ ਵੀ ਚਾਹੁੰਦਾ ਹੋਣਾ। ਹਾਮ ਕੋ ਲੇ ਗੁਰ ਸੋ ਲਰਹਿ, ਪਰ ਮੈਨੂੰ ਨਾਲ ਲੈ ਕੇ ਭੀਮ ਚੰਦ ਸਤਿਗੁਰਾਂ ਨਾਲ ਲੜੇ, ਮੈਨੂੰ ਨਾਲ ਲੈ ਕੇ ਸਤਿਗੁਰਾਂ ਨਾਲ ਜੰਗ ਕਰੇ, ਇਹ ਹਾਮ ਨਹਿ ਭਾਵਾ। ਇਹ ਗੱਲ ਮੈਨੂੰ ਨਹੀਂ ਪਾਉਂਦੀ, ਮਨ 'ਚ ਸੋਚਦਾ ਹੈ, ਵਿਚਾਰਦਾ ਹੈ ਕਿ ਇਹ ਗੱਲ ਚੰਗੀ ਨਹੀਂ, ਇਹ ਲੜਨ ਮੈਂ ਚਾਹੁੰਦਾ ਹਾਂ, ਪਾਸੇ ਬਹਿ ਕੇ ਮੈਂ ਲੜਾਈ ਵੇਖ ਕੇ ਤੇ ਖੁਸ਼ ਹੋਣਾ ਚਾਹੁੰਦਾ ਹਾਂ, ਪਰ ਇਸ ਲੜਾਈ ਦੇ ਵਿੱਚ, ਇਸ ਜੰਗ ਦੇ ਵਿੱਚ ਮੈਂ ਤਸ਼ਰੀਫ ਨਹੀਂ ਲਿਆਉਣੀ ਚਾਹੁੰਦਾ ਹਾਂ, ਇਸ ਜੰਗ ਵਿੱਚ ਮੈਂ ਸਵੈਮ ਹਾਸਲ ਨਹੀਂ ਹੋਣਾ ਚਾਹੁੰਦਾ, ਮੈਨੂੰ ਵੀ ਜੰਗ ਵਿੱਚ ਖਿੱਚਿਆ ਜਾਵੇ, ਇਹ ਗੱਲ ਮੈਨੂੰ ਭਾਉਂਦੀ ਨਹੀਂ। ਚਹਿਤ ਹਟਾਵਨ ਕੋ ਹਿਰਦੇ, ਇਸ ਵਾਸਤੇ ਹਿਰਦੇ 'ਚ ਚਾਹੁੰਦਾ ਜਿਵੇਂ ਕਿਵੇਂ ਲੜਾਈ ਮੈਂ ਟਾਲਾਂ, ਜੰਗ ਨਾ ਹੋਵੇ। ਹੁਣ ਵੇਖ ਰਿਹਾ ਨਾ ਮੈਨੂੰ ਵਿੱਚ ਨਾਲ ਲਪੇਟਿਆ ਜਾ ਰਿਹਾ ਲੜਾਈ ਦੇ, ਇਸ ਵਾਸਤੇ ਚਾਹੁੰਦਾ ਜਿਵੇਂ ਕਿਵੇਂ ਜੰਗ ਰੁਕ ਜਾਵੇ। ਕਹਿ ਸਭਾ ਮਝਾਰਾ, ਸਭਾ 'ਚ ਕਹਿੰਦਾ ਤੇ ਕਹਿੰਦਿਆਂ ਵੀ ਕੈਸੀ ਕੂਟਨੀਤੀ ਦੇ ਨਾਲ ਗੱਲਾਂ ਕਹਿੰਦਾ, ਪਰ ਸੁਣਨ ਵਾਲਿਆਂ ਦੇ ਮਨ ਨੂੰ ਵਿਸ਼ਵਾਸ ਦਿਵਾ ਦਿੰਦਾ, ਇਹਦੇ ਨਾਲੋਂ ਤੇ ਸਿਆਣਾ ਹੀ ਕੋਈ ਨਹੀਂ। ਕੀ ਕਹਿੰਦਾ ਹੈ? ਆਬ ਤੋ ਇਮ ਹੀ ਰਹਿਣ ਦੇਹੋ, ਸਾਰੀ ਸਭਾ ਸੁਣਦੀ ਹੈ ਭੀਮ ਚੰਦ ਤੂੰ ਵੀ ਸਿਆਣਾ ਹੈ, ਸਾਰੇ ਰਾਜੇ ਇੱਥੇ ਸਿਆਣੇ ਬੈਠੇ ਹੈ, ਇਸ ਵਾਸਤੇ ਮੈਂ ਤੇ ਇਹੀ ਮਸ਼ਵਰਾ ਦਵਾਂਗਾ ਕਿ ਹੁਣ ਜਿਵੇਂ ਵੀ ਕਰਕੇ ਉਹਨੂੰ ਟਾਲਾ ਕਰ ਦਿਓ। ਜੇ ਬਦਲੇ ਦੀ ਅੱਗ ਹਿਰਦੇ 'ਚ ਦਦਕਦੀ ਵੀ ਹੈ ਨਾ, ਕਿ ਉਸ ਨੂੰ ਹਾਲੇ ਹਿਰਦੇ ਵਿੱਚ ਹੀ ਧੁਖਣ ਦਿਓ, ਸਮੇਂ ਦੇ ਨਾਲ ਉਸ ਨੂੰ ਫਿਰ ਬੜਵਾ ਨਾਲ ਤਥਾ ਦਾਵਾ ਨਾਲ ਦੀ ਨਿਆਈ ਉਸ ਨੂੰ ਪ੍ਰਜਵਲਿਤ ਕਰਿਓ, ਪਰ ਸਮੇਂ ਨਾਲ ਹਲੇ ਇਹ ਗੱਲ ਇੱਥੇ ਹੀ ਟਾਲ ਦੇਣੀ ਹੀ ਦਾਨਿਸ਼ਮੰਦਤਾ ਹੋਵੇਗੀ। ਹੀਰਹ ਨਹਿਰਾਰਾ, ਸਤਿਗੁਰਾਂ ਨਾਲ ਹਲੇ ਰਾਰ ਛੇੜਨਾ, ਇਹ ਝਗੜਾ ਛੇੜਨਾ, ਇਹ ਸਿਆਣਪ ਵਾਲੀ ਗੱਲ ਨਹੀਂ ਹੋਵੇਗੀ, ਕਿਉਂਕਿ ਘਰ ਵਿੱਚ ਪੁੱਤਰ ਦਾ ਵਿਆਹ ਰੱਖਿਆ ਹੈ। ਰਚਿਆ ਹੈ ਉਤਸਵ ਵਿਆਹ ਕੋ, ਪਹਿਲੋਂ ਵਿਆਹ ਦਾ ਜੋ ਰੱਖਿਆ ਉਤਸਵ ਹੈ, ਉਹਦੇ ਵਿੱਚ ਰਚੋ, ਭਾਵ ਵਿਆਹ ਵਾਲਾ ਕਾਰਜ ਸੰਪੰਨ ਕਰੋ। ਪੁਰਵਾਹ ਸਭ ਕਾਜਾ, ਵਿਆਹ ਦਾ ਸਾਰਾ ਕਾਰਜ ਪੂਰਾ ਕਰੋ। ਜਾਸ ਲੇਹੋ ਦੇ ਕਰ ਦਰਬ ਕੋ, ਧਨ ਦੇ ਕੇ ਤੇ ਜਸ ਲੈਣਾ ਕਰੋ। ਵਿਆਹ ਵਿੱਚ ਧਨ ਖਰਚੋ, ਜੋ ਮੇਲ ਇਕੱਤਰਤ ਕਰਨ, ਹੋਰ ਲੈਣ ਦੇਣ ਹੋਣਾ, ਲੀੜੇ ਕੱਪੜੇ ਸਾਜੋ ਸਮਾਨ ਵਸਤੂ ਆਦਿ ਖਰੀਦਣੀਆਂ, ਮਾਇਆ ਖਰਚੋ। ਵਿਆਹ ਵਿੱਚ ਨਾਲ ਲੈ ਕੇ ਜਾਓ, ਪੁੱਤਰ ਦੇ ਉੱਤੋਂ ਦੀ ਮਾਇਆ ਸਟੋ, ਮਾਇਆ ਖਰਚ ਕਰੋ ਤੇ ਜਸ ਲਵੋ।
ਮਿਲ ਹੈ ਗਨ ਰਾਜਾ। ਕਿਉਂਕਿ ਵਿਆਹ ਵਿੱਚ ਗਣ ਸਮੂਹ ਰਾਜੇ, ਰਾਜਿਆਂ ਦੇ ਵਜ਼ੀਰ, ਸੈਨਾਪਤੀ ਸਾਰੇ ਇਕੱਤਰਤ ਹੋਣਗੇ। ਤਾਹਾਂ ਮੰਤਰ ਗਿਨ ਸਭਨ ਸੋ। ਤੇ ਵੇਖੋ ਫਿਰ ਬੜੀ ਕੂਟਨੀਤੀ ਦੀ ਗੱਲ, ਕਿਰਪਾਲ ਕਟੋਚੀਆ ਨਾਲ ਕਹੀ ਵੀ ਜਾ ਰਿਹਾ। ਕਹਿੰਦਾ ਉੱਥੇ ਸ਼੍ਰੀਨਗਰ ਦੇ ਵਿੱਚ ਸਾਰਿਆਂ ਇਕੱਠੇ ਹੋਣਾ, ਉੱਥੇ ਸਾਰਿਆਂ ਵਿੱਚ ਇਹ ਗੱਲ ਛੇੜਿਓ। ਕਰ ਲਿਹੋ ਸਹਾਈ। ਉੱਥੇ ਸਾਰਿਆਂ ਨੂੰ ਭੀਮ ਚੰਦ ਆਪਣਾ ਸਹਾਈ ਬਣਾ ਲਵੀਂ, ਆਪਣੇ ਨਾਲ ਮੇਲ ਲਵੀਂ। ਫਤਿਹ ਸ਼ਾਹ ਆਦਿਕ ਸਕਲ। ਫਤਿਹ ਸ਼ਾਹ ਨੂੰ ਜੋ ਭੀਮ ਚੰਦ ਦਾ ਕੁੜਮ ਹੈ ਨਾ, ਉਹਦੇ ਥਰੂ ਹੋਣੇ ਸਾਰੀ ਛੇੜ ਛਡਵਾਉਣਾ ਚਾਹੁੰਦਾ ਹੈ। ਭੀਮ ਚੰਦ ਸ੍ਰੀਨਗਰੀਏ ਰਾਜੇ ਫਤਿਹ ਸ਼ਾਹ ਤੇਰਾ ਕੁੜਮ ਲੱਗਦਾ ਹੈ, ਉਹਦੇ ਨਾਲ ਗੱਲ ਕਰੀ ਇਸ ਸੰਬੰਧੀ। ਜਿਮ ਦੇਹ ਬਤਾਈ। ਤੇ ਜਿਵੇਂ ਉਹ ਬਤਾਵੇਗਾ, ਜਿਵੇਂ ਉਹ ਦੱਸੇਗਾ। ਸਖਾ ਸੰਬੰਧੀ ਕਿਤਕ ਪ੍ਰੇ। ਹੋਰ ਜਿੰਨੇ ਵੀ ਸਖਾ ਮਿੱਤਰ, ਹੋਰ ਜਿੰਨੇ ਵੀ ਸੰਬੰਧੀ, ਜਿੰਨੇ ਵੀ ਪ੍ਰਿਯ ਪਿਆਰੇ ਮਿੱਤਰ, ਸਗਰੇ ਹਿਤਕਾਰੀ। ਸਾਰੇ ਉੱਥੇ ਤੇਰੇ ਹਿਤਕਾਰੀ ਹੀ ਇਕੱਠੇ ਹੋਏ ਹੋਣਗੇ। ਵਿਆਹ ਵਿੱਚ ਜਿਹੜੇ ਤੇਰੇ ਨਾਲ ਮੇਲ ਜੋਲ ਰੱਖਦੇ ਆ, ਜਿਨ੍ਹਾਂ ਦਾ ਤੇਰੇ ਨਾਲ ਮੇਲ ਮਿਲਾਪ, ਉਹਨਾਂ ਹੀ ਇਕੱਠੇ ਹੋਣਾ ਹੈ। ਕੌਣ ਜਿਮ ਚਾਹੈ ਤਿਮ ਕਰਹਿ। ਪਹਿਲਾਂ ਵਿਆਹ ਦਾ ਕਾਰਜ ਸੰਪੰਨ ਕਰਿਓ, ਨਾਲੇ ਉੱਥੇ ਬੈਠ ਕੇ ਇਸ ਸੰਬੰਧੀ ਵਿਚਾਰਾਂ ਵੀ ਹੋ ਜਾਣਗੀਆਂ। ਵਿਆਹ ਸਮਾਪਤੀ ਉਪਰੰਤ ਜੋ ਕਰਨਾ, ਫਿਰ ਇਸ ਸੰਬੰਧੀ ਨਿਰਣਾ ਕਰਿਓ। ਹੋਏ ਦਲ ਭਾਰੀ। ਫਿਰ ਭਾਰੀ ਵੱਡਾ ਦਲ ਵੀ ਤੇਰੇ ਕੋਲ ਇਕੱਤਰਤ ਹੋਵੇਗਾ। ਸ੍ਰੀਨਗਰੀਆ ਰਾਜਾ ਫਤਿਹ ਸ਼ਾਹ ਵੀ ਤੇਰੇ ਨਾਲ ਹੋਵੇਗਾ। ਸੁਨ ਕਿਰਪਾਲ ਕੇ ਮੰਤਰ ਕੋ। ਕਿਰਪਾਲ ਕਟੋਚੀਏ ਦੀ ਇਹ ਮੰਤਰਨਾ ਸੁਣੀ ਹੈ, ਸਲਾਹ ਸੁਣੀ ਹੈ। ਸਭ ਹੂਨ ਸਰਾਹਾ। ਸਾਰਿਆਂ ਨੇ ਬੜਾ ਸਲਾਹਿਆ ਹੈ, ਬੜਾ ਸਿਆਣਾ ਹੈ ਕਿਰਪਾਲ ਕਟੋਚੀਆ, ਬਹੁਤ ਉਚਿਤ ਸਲਾਹ ਦੇ ਰਿਹਾ ਹੈ। ਰਾਜਨੀਤ ਕੀ ਰੀਤ ਇਹ। ਇਹ ਰਾਜਨੀਤੀ ਦੀ ਇੱਕ ਰੀਤ ਹੈ, ਮਰਜ਼ਾਦਾ ਹੈ। ਮਾਨਹੁ ਮਨ ਮਾਹਾ। ਭੀਮ ਚੰਦ ਮਨ ਵਿੱਚ ਮੰਨ ਜਾ, ਜੰਗ ਦਾ ਟਾਲਾ ਕਰ ਦਿਓ ਹੁਣ। ਕਹੇ ਸਭਨ ਕੇ ਕੋਪ ਕਉ। ਸਾਰਿਆਂ ਦੇ ਵਾਰ-ਵਾਰ ਕਹਿਣ ਤੋਂ ਜਿਹੜਾ ਕ੍ਰੋਧ ਹੈ, ਮਨ ਤੇ ਤਜ ਦੀਨਾ। ਭੀਮ ਚੰਦ ਨੇ ਮਨ ਵਿੱਚੋਂ ਤਿਆਗ ਦਿੱਤਾ ਹੈ, ਕ੍ਰੋਧ ਸ਼ਾਂਤ ਕਰ ਲਿਆ। ਭੀਮ ਚੰਦ ਮਾਨਿਓ ਕਹਿਓ। ਕਿਹਾ ਹੋਇਆ ਭੀਮ ਚੰਦ ਨੇ ਮੰਨ ਲਿਆ। ਉਦਮ ਨਹਿ ਕੀਨਾ। ਤੇ ਫਿਰ ਜੰਗ ਵਾਸਤੇ ਉਦਮ ਨਹੀਂ ਕੀਤਾ। ਫਸਿਓ ਵਿਆਹ ਕੇ ਕਾਜ ਮਹਿ। ਵਿਆਹ ਦੇ ਕਾਰਜਾਂ ਵਿੱਚ ਫਸਿਆ ਹੋਇਆ, ਭਾਵ ਵਿਆਹ ਦੇ ਕਾਰਜਾਂ ਵਿੱਚ ਲੱਗ ਗਿਆ। ਬਹੁ ਮੇਲ ਬੁਲਾਏ। ਬਹੁਤ ਮੇਲ ਨੂੰ ਬੁਲਾ ਰਿਹਾ ਹੈ, ਆਪਣੇ ਸੰਬੰਧੀਆਂ ਨੂੰ ਸੱਦ ਰਿਹਾ ਹੈ। ਬ੍ਰਿੰਦ ਸੰਬੰਧੀ ਜੇਤ ਕਿਤਹੁ। ਜਿੱਥੋਂ ਕਿੱਥੋਂ ਬਹੁਤ ਸੰਬੰਧੀ ਰਿਸ਼ਤੇਦਾਰ ਉਤਲਾਵਤ ਆਏ। ਭੀਮ ਚੰਦ ਦੇ ਪੁੱਤਰ ਦਾ ਵਿਆਹ ਜਾਣ ਕੇ ਬੜੀ ਉਤਾਵਲਤਾ ਨਾਲ ਆਏ। ਜੇਤਕ ਗਿਰਪਤ ਤਹ ਹੁਤੇ। ਜਿੰਨੇ ਵੀ ਪਹਾੜੀ ਰਾਜੇ ਉੱਥੇ ਸਨ, ਨ੍ਰਿਪ ਕੇ ਹਿਤਕਾਰੀ। ਰਾਜੇ ਦੇ ਪ੍ਰੇਮੀ, ਬਹੁਰ ਸੰਬੰਧੀ ਸਭ ਆਏ। ਹੋਰ ਸੰਬੰਧੀ ਉਹ ਵੀ ਸਾਰੇ ਆ ਗਏ। ਸੈਨਾ ਸੰਗ ਸਾਰੀ। ਸੈਨਾ ਵੀ ਸਾਰੀ ਨਾਲ। ਗੁਰ ਸੋ ਧਾਰ ਵਿਰੋਧ ਕੋ। ਗੁਰਾਂ ਨਾਲ ਵਿਰੋਧ ਧਾਰਨ ਕਰ ਲਿਆ ਹੈ, ਵੈਰ ਪਾ ਲਿਆ ਹੈ ਭੀਮ ਚੰਦ ਨੇ। ਡੇਢ ਮੂਰਖ ਮਾਨੀ। ਜਿਹੜਾ ਮੂਰਖ ਹੈ ਭੀਮ ਚੰਦ, ਮਾਨੀ ਹੰਕਾਰੀ ਹੈ ਅਤੇ ਦ੍ਰਿੜ ਵਿਰੋਧ ਪਾ ਲਿਆ ਹੈ, ਪੱਕਾ ਵੈਰ ਪਾ ਲਿਆ ਹੈ। ਕਹਿਤ ਲਿਓ ਪਲਟਾ ਪੁਨਹ। ਮਨ ਵਿੱਚ ਚਾਹੁੰਦਾ ਮੈਂ ਵਿਆਹ ਸੰਪੰਨ ਕਰ ਲਵਾਂ, ਫਿਰ ਬਦਲਾ ਲਵਾਂਗਾ।
ਕਰ ਚਮੋ ਮਹਾਨੀ। ਵੱਡੀ ਫੌਜ ਇਕੱਤਰਤ ਕਰਕੇ ਮੈਂ ਬਦਲਾ ਲਵਾਂਗਾ। ਦੋਹਰਾ ਇਤ ਕਲਗੀ ਧਰ ਤਰੁਣ ਬੈ। ਉਧਰ ਬਿਲਾਸਪੁਰ ਦੇ ਵਿੱਚ ਤੇ ਇੱਕ ਵਾਰੀ ਯੁੱਧ ਦੀ ਗੱਲ ਸ਼ਾਂਤ ਹੋ ਗਈ ਹੈ, ਪਰ ਇੱਧਰ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਧੰਨ ਕਲਗੀਧਰ ਪਾਤਸ਼ਾਹ ਤਰੁਣ ਬੈ, ਜਿਨ੍ਹਾਂ ਦੀ ਆਯੂ ਹੁਣ ਤਰੁਣ ਹੋ ਚੁੱਕੀ, ਯੁਵਾ ਅਵਸਥਾ ਵਿੱਚ ਆ ਗਏ ਹੈ। ਸੁੰਦਰ ਰੂਪ ਸੁਹਾਏ। ਸਰੂਪ ਸਤਿਗੁਰਾਂ ਦਾ ਬਹੁਤ ਸੁੰਦਰ ਸ਼ੋਭਾ ਪਾ ਰਿਹਾ ਹੈ। ਜਵਾਨ, ਉੱਚਾ ਲੰਮਾ ਕੱਦ ਹੈ, ਭਰਵਾਂ ਸਰੀਰ ਹੈ ਸਤਿਗੁਰਾਂ ਦਾ। ਫਿਰ ਦਸਤਾਰ ਦੇ ਉੱਪਰ ਕਲਗੀ ਜਿਗਾ ਲਾਈ ਹੋਈ ਹੈ, ਸੋਹਣਾ ਬਾਣਾ ਧਾਰਨ ਕੀਤਾ ਹੋਇਆ ਹੈ, ਸ਼ਸਤਰਾਂ ਦੇ ਨਾਲ ਸੁਸੱਜਿਤ ਜਦ ਘੋੜੇ ਤੇ ਸਵਾਰ ਹੁੰਦੇ ਹੈ ਤਾਂ ਲਸਾਨੀ ਸੋਭਾ ਸਤਿਗੁਰਾਂ ਦੀ ਪ੍ਰਕਾਸ਼ਮਾਨ ਹੁੰਦੀ ਹੈ। ਬੜਾ ਸੌਂਦਰਯ ਸਰੂਪ ਹੈ। ਜਬ ਤੇ ਪੰਮਾ ਕੇਸਰੀ। ਜਦੋਂ ਤੋਂ ਪੰਮਾ ਪ੍ਰੋਤ ਕੇਸਰੀ ਚੰਦ ਮਾਰ ਦੀਏ ਨਿਕਸਾਏ। ਮਾਰ ਕੇ ਧੱਕੇ ਮਾਰ ਮਾਰ ਕੇ ਦੀਵਾਨ ਵਿੱਚੋਂ ਦਰਬਾਰ ਚੋਂ ਗੁਰਾਂ ਕੱਢ ਦਿੱਤਾ ਹੈ। ਨਿਸ਼ਾਨੀ ਛੰਦ ਤਬ ਤੇ ਜੰਗ ਸਮਾਜ ਕੋ। ਉਦੋਂ ਤੋਂ ਹੀ ਜੰਗ ਦਾ ਸਮਾਜ, ਜਿੰਨਾ ਵੀ ਸਮਾਨ ਸਮੱਗਰੀ ਚਾਹੀਦੀ ਜੰਗ ਵਿੱਚ, ਅਧਕਾਏ ਵਧਾਵੈ ਹੈ। ਉਸ ਨੂੰ ਅਧਿਕ ਤੋਂ ਅਧਿਕ ਵਧਾ ਰਹੇ, ਜੰਗ ਦੀ ਅਧਿਕ ਤੋਂ ਅਧਿਕ ਤਿਆਰੀ ਕਰ ਰਹੇ ਹੈ। ਤਿਆਰੀ ਸ਼ਸਤਰ ਤੁਰੰਗ ਕੀ। ਸ਼ਸਤਰਾਂ ਦੀ, ਤੁਰੰਗ ਘੋੜਿਆਂ ਦੀ ਤਿਆਰੀ ਹੋ ਰਹੀ ਹੈ। ਨੀਕੇ ਕਰਵਾਵੈ ਹੈ। ਸੋਹਣੇ ਸ਼ਸਤਰ ਤਿਆਰ ਕਰਵਾਉਂਦੇ ਐ, ਸੋਹਣੇ ਘੋੜੇ ਮੰਗਾਉਂਦੇ ਐ। ਬਖਸ਼ਤ ਹੈ ਗਨ ਸੁਭਟ ਕੋ। ਸੂਰਮਿਆਂ ਨੂੰ ਸ਼ਸਤਰ ਵੀ ਦਿੰਦੇ ਐ, ਘੋੜੇ ਵੀ ਦਿੰਦੇ ਐ, ਬਹੁ ਦੇ ਉਤਸਾਹ। ਤੇ ਬੜਾ ਉਤਸ਼ਾਹ ਵੀ ਦਿੰਦੇ ਐ, ਜੰਗ ਵਾਸਤੇ ਪ੍ਰੇਰਿਤ ਵੀ ਕਰਦੇ, ਉਤਸ਼ਾਹਤ ਵੀ ਕਰਦੇ ਐ ਕਿ ਧਰਮ ਯੁੱਧ ਮੋਰਚੇ ਦੇ ਵਿੱਚ ਸੂਰਮਾ ਜਿਹੜਾ ਛਾਤੀ ਡਾਹ ਕੇ ਲੜਦਾ ਹੈ, ਜੇ ਉਹ ਜਿੱਤ ਹਾਸਲ ਕਰੇ ਤਾਂ ਰਾਜ ਸੰਸਾਰ ਦਾ ਪਾਉਂਦਾ ਤੇ ਜਸ ਖੱਟਦਾ ਹੈ। ਜੇ ਵੀਰਗਤੀ ਨੂੰ ਪ੍ਰਾਪਤ ਹੋ ਜਾਵੇ ਤਾਂ ਜਸ ਪ੍ਰਲੋਕ ਤਥਾ ਲੋਕ ਦਾ ਤੇ ਰਾਜ ਪ੍ਰਲੋਕ ਦਾ ਹਾਸਲ ਕਰਦਾ ਹੈ। ਅਰਥਾਤ ਸੂਰਮੇ ਦੇ ਦੋ ਹੱਥਾਂ ਵਿੱਚ ਲੱਡੂ ਹਨਗੇ। ਜਿੱਤ ਹਾਸਲ ਕੀਤੀ ਤਾਂ ਵੀ ਜਸ, ਕੀਰਤੀ ਤੇ ਮਾਣ ਸਨਮਾਨ, ਜੇ ਰਣ ਭੂਮੀ ਵਿੱਚ ਵੀਰਗਤੀ ਨੂੰ ਵੀ ਪ੍ਰਾਪਤ ਹੋਇਆ ਤੇ ਦੇਵਲੋਕ ਵਿੱਚ ਸਨਮਾਨ, ਸੁਖ ਤੇ ਆਨੰਦ। ਸੋ ਸੂਰਮੇ ਦੇ ਦੋ ਹੱਥਾਂ ਵਿੱਚ ਹੀ ਲੱਡੂ ਹਨਗੇ। ਇਸ ਵਾਸਤੇ ਸੂਰਮਤਾਈ ਦੇ ਨਾਲ ਸ਼ਤਰੂ ਦਾ ਮੁਕਾਬਲਾ ਧਰਮ ਯੁੱਧ ਮੋਰਚੇ ਵਿੱਚ ਕਰਨਾ ਹੈ। ਸੂਰਮਿਆਂ ਨੂੰ ਇਹ ਉਤਸ਼ਾਹਤ ਕਰਦੇ ਹੈ। ਛੁਟ ਹੈ ਤੁਫੰਗਨ ਕੀ ਸ਼ਲਖ। ਤੁਫੰਗਾਂ ਦੀਆਂ ਸ਼ਲਖਾਂ ਛਡਾਈਆਂ ਜਾਂਦੀਆਂ। ਰੋਜ਼ 100 ਤਥਾ 500 ਬੰਦੂਕਾਂ ਦੇ ਹਵਾਈ ਫੈਰ ਕੱਢੇ ਜਾਂਦੇ ਆ। ਵੱਡ ਨਾਦ ਉਠਾਹ। ਵੱਡਾ ਨਾਦ ਉੱਠਦਾ ਹੈ। ਆਨੰਦਪੁਰ ਦੀਆਂ ਪਹਾੜੀਆਂ ਦੇ ਵਿੱਚ, ਇਹ ਕਹਿਲੂਰ ਦੀ ਦੂਣ ਦੇ ਵਿੱਚ ਸਤਿਗੁਰਾਂ ਵੱਲੋਂ ਚਲਾਏ ਜਾਂਦੇ ਹਵਾਈ ਫੈਰਾਂ ਦੀ ਆਵਾਜ਼ ਇਹ ਕਹਿਲੂਰ ਦੀਆਂ ਪਹਾੜੀਆਂ ਵਿੱਚ ਗੂੰਜਦੀ, ਜੋ ਸ਼ਤਰੂ ਦਾ ਹਿਰਦਾ ਦਦਕ ਜਾਂਦਾ ਹੈ, ਦਹਿਲ ਜਾਂਦਾ ਹੈ। ਕਰਹਿ ਪ੍ਰਤੀਖਨ ਛਤਰ ਕੀ। ਸ਼ਤਰੂ ਦੀ ਉਡੀਕ ਸਤਿਗੁਰੂ ਜੀ ਕਰ ਰਹੇ ਹੈ। ਜਿਮ ਪਾਹੁਨ ਆਵੈ। ਕਿਸ ਤਰ੍ਹਾਂ ਉਡੀਕ ਕਰਦੇ ਹੈ? ਜਿਵੇਂ ਪ੍ਰਾਹੁਣੇ ਆਉਣੇ ਹੋਣ, ਪ੍ਰਾਹੁਣਿਆਂ ਵਾਂਗੂ ਸ਼ਤਰੂ ਦੀ ਉਡੀਕ ਕਰਦੇ। ਤੇ ਪ੍ਰਾਹੁਣਿਆਂ ਵਾਸਤੇ ਜਿਵੇਂ ਘਰ ਵਿੱਚ ਖਾਣ ਪੀਣ ਦੀ ਸਮੱਗਰੀ ਤਿਆਰ ਕਰਕੇ ਰੱਖੀ ਦੀ ਹੈ, ਇੱਧਰ ਗੁਰਦੇਵ ਸ਼ਤਰੂ ਰੂਪੀ ਪ੍ਰਾਹੁਣਿਆਂ ਵਾਸਤੇ ਕੀ ਤਿਆਰੀ ਕਰਦੇ ਹੈ? ਹਿਤ ਜ਼ਿਆਫਤ ਤਿਆਰੀ ਕਰਤ। ਸ਼ਤਰੂ ਰੂਪ ਪ੍ਰਾਹੁਣਿਆਂ ਦੀ ਜ਼ਿਆਫਤ ਵਾਸਤੇ, ਪ੍ਰਾਹੁਣਚਾਰੀ ਵਾਸਤੇ ਤਿਆਰੀ ਕਰ ਰਹੇ ਹੈ।
ਜੋ ਚਾਹੈ ਮੰਗਾਵੈ। ਜੋ ਚਾਹੇ, ਜੋ ਚਾਹੀਦਾ, ਲੋੜੀ ਦੀਆਂ ਵਸਤੂਆਂ ਮੰਗਵਾ ਰਹੇ। ਕੀ ਚਾਹੀਦਾ? ਤੇਗੇ ਘੇਵਰ ਸਿਪਰ ਕੋ। ਤੇਗੇ, ਜਿਹੜੇ ਵੱਡੇ ਚੌੜੇ ਤੇਗੇ ਹੈ ਨਾ, ਉਹ ਇਸ ਤਰ੍ਹਾਂ ਜਿਵੇਂ ਘੇਵਰ ਨਾਮ ਦੀ ਮਠਿਆਈ ਹੁੰਦੀ। ਇਹ ਘੇਵਰ ਨਾਮ ਦੀ ਮਠਿਆਈ ਜਿਹੜੀ, ਇਹ ਵੀ ਇੱਕ ਗੋਲਾਕਾਰ ਜਿਹੀ ਜਲੇਬੀ ਵਾਂਗੂ ਮਠਿਆਈ ਹੁੰਦੀ। ਇਹਦਾ ਨਾਮ ਘੇਵਰ ਹੁੰਦਾ। ਸੋ ਜਿਹੜੇ ਤੇਗੇ ਵੱਡੇ ਚੌੜੇ, ਉਹ ਮਾਨੋ ਘੇਵਰ ਨਾਮ ਦੀ ਮਠਿਆਈ ਤਿਆਰ ਕਰਵਾ ਰਹੇ ਹੈ। ਤੇ ਇਸੇ ਪ੍ਰਕਾਰ ਸਿਪਰ ਕੋ ਬਨਵਾਏ ਰਕੇਬੀ, ਜਿਹੜੀਆਂ ਸਿਪਰ ਹਨ, ਢਾਲਾਂ ਹਨ, ਉਹ ਇਸ ਤਰ੍ਹਾਂ ਤਿਆਰ ਕਰ ਰਹੇ ਮਾਨੋ ਜਿਵੇਂ ਰਕੇਬੀ ਨਾਮ ਦੀ ਮਠਿਆਈ ਹੋਵੇ। ਗੁਲਕਾਂ ਸ਼ੱਕਰ ਪਾਰੀਆਂ। ਜਿਹੜੀਆਂ ਗੋਲੀਆਂ ਹਨ, ਉਹ ਮਾਨੋ ਸ਼ੱਕਰ ਪਾਰੇ ਹੈ। ਗਨ ਕਰ ਹੈ ਦੈਬੀ। ਇਹ ਗਨ ਸਮੂਹ ਪਕਵਾਨ ਸ਼ਤਰੂ ਰੂਪੀ ਪ੍ਰਾਹੁਣਿਆਂ ਨੂੰ ਆਉਂਦਿਆਂ ਹੀ ਪਰੋਸ ਪਰੋਸ ਕੇ ਦਵਾਂਗੇ, ਐਸੀ ਤਿਆਰੀ ਕਰ ਰਹੇ ਹੈ। ਕਰਸ਼ੀ ਬ੍ਰਿੰਦਾ ਬੰਦੂਕ ਧਰ। ਜਿਹੜੀਆਂ ਬੰਦੂਕਾਂ, ਉਹ ਮਾਨੋ ਕੜਛੀਆਂ ਹਨ। ਪਰਸ ਹੈ ਤਤਕਾਲਾ। ਤੇ ਸੂਰਮਿਆਂ ਰੂਪੀ ਲਾਂਗਰੀ, ਇਹਨਾਂ ਨੂੰ ਪਰਸਹਿ ਨਾਮ ਪਰੋਸਣਗੇ ਬੰਦੂਕਾਂ ਦੇ ਨਾਲ। ਬੰਦੂਕਾਂ ਰੂਪੀ ਕੜਛੀਆਂ ਦੇ ਨਾਲ ਗੋਲੀਆਂ ਰੂਪੀ ਸ਼ੱਕਰ ਪਾਰੇ ਜਿਹੜੇ ਐ, ਇਹ ਸ਼ਤਰੂ ਰੂਪੀ ਪ੍ਰਾਹੁਣਿਆਂ ਨੂੰ ਰਣ ਭੂਮੀ ਰੂਪੀ ਲੰਗਰ ਦੇ ਵਿੱਚ ਪਰੋਸ ਪਰੋਸ ਕੇ ਦੇਣਗੇ। ਐਸੀ ਤਿਆਰੀ ਕਰ ਰਹੇ ਐ। ਚਤੁਰ ਰਸੋਈਏ ਸੂਰਮੇ। ਸੂਰਮੇ ਜਿਹੜੇ ਬੜੇ ਚਤੁਰ ਸਿਆਣੇ ਰਸੋਈਏ ਹਨ। ਧਰ ਸ਼ੀਗਰ ਵਿਸ਼ਾਲਾ। ਬੜੀ ਛੇਤੀ ਕਰਕੇ ਸ਼ੀਘਰਤਾ ਨਾਲ ਬਨ ਹੈ ਜਲੇਬ ਸ਼ਤਾਬ ਗਾਨ। ਤੇ ਜੋ ਛੇਤੀ ਦੇ ਨਾਲ, ਬੜੀ ਫੁਰਤੀ ਦੇ ਨਾਲ ਜਲੇਬੀਆਂ ਵੀ ਤਿਆਰ ਕਰ ਕਰਕੇ ਤੇ ਸ਼ਤਰੂ ਨੂੰ ਦੇਣਗੇ। ਹਰ ਖਪਰੇ ਭਾਲੇ। ਤੇ ਉਹ ਜਲੇਬੀਆਂ ਕੀ ਹਨ? ਕਹਿੰਦੇ ਖਰ ਖਪਰੇ ਭਾਲੇ। ਜਿਹੜੇ ਖਪਰੇ ਤੀਰ ਹਨ, ਕਰਪੇ ਬਰਸ਼ੇ ਹਨ, ਇਹ ਮਾਨੋ ਜਲੇਬੀਆਂ ਹਨ, ਜੋ ਤੁਰੰਤ ਹੀ ਤਿਆਰ ਕਰ ਕਰਕੇ ਭੱਥੇ ਚੋਂ ਕੱਢ ਤੇ ਕਮਾਨ ਦੀ ਬਾਂਗਰ 'ਚ ਜੋੜ ਤੇ ਪ੍ਰਤਿਅੰਚਾਂ ਨੂੰ ਕੰਨ ਤੱਕ ਖਿੱਚ ਕੇ ਸ਼ਤਰੂ ਨੂੰ ਖਵਾਉਣਗੇ। ਤ੍ਰਿਪਤ ਕਰ ਹੈ ਬਹੁ ਰਿਪਨ ਕੋ। ਬਹੁਤ ਵੈਰੀਆਂ ਨੂੰ ਇਸ ਤਰ੍ਹਾਂ ਤ੍ਰਿਪਤ ਕਰਨਗੇ, ਰਜਾਉਣਗੇ। ਤੀਰਾਂ ਰੂਪੀ ਜਲੇਬੀਆਂ ਦੇ ਨਾਲ, ਗੋਲੀਆਂ ਰੂਪੀ ਸ਼ੱਕਰ ਪਾਰਿਆਂ ਦੇ ਨਾਲ, ਤੇਗੀਆਂ ਰੂਪੀ ਘੇਵਰ ਤੇ ਢਾਲਾਂ ਰੂਪੀ ਰਕੇਬੀਆਂ ਦੇ ਨਾਲ ਸ਼ਤਰੂਆਂ ਨੂੰ ਰਜਾਉਣਗੇ। ਹੋਏ ਰਹੇ ਉਤਾਲੇ। ਇਹ ਬੜੀ ਉਤਾਵਲਤਾ ਹੈ ਸੂਰਮਿਆਂ ਦੇ ਮਨ ਦੇ ਵਿੱਚ, ਬੜੀ ਪ੍ਰਤੀਖਣਾ ਹੈ। ਉਡੀਕ ਲੱਗੀ ਕਦੋਂ ਸ਼ਤਰੂ ਰੂਪੀ ਪ੍ਰਾਹੁਣੇ ਆਉਣ ਤੇ ਰਣ ਭੂਮੀ ਰੂਪੀ ਲੰਗਰ ਵਿੱਚ ਸ਼ਤਰੂਆਂ ਨੂੰ ਇਹ ਪਕਵਾਨ ਪਰੋਸੀਏ। ਪੰਜ ਦਿਵਸ ਬੀਤੇ ਜਬ ਹੈ। 5 ਦਿਨ ਲੰਘ ਗਏ ਇਸ ਤਰ੍ਹਾਂ। ਆਰ ਆਏ ਨਾ ਕੋਈ। ਕੋਈ ਵੈਰੀ ਨਹੀਂ ਚੜ ਕੇ ਆਇਆ। ਪੰਮੇ ਨੂੰ ਤੇ ਕੇਸਰੀ ਨੂੰ ਜਦੋਂ ਦਾ ਧੱਕੇ ਮਾਰ ਕੱਢਿਆ, 5 ਦਿਨ ਗੁਜ਼ਰ ਗਏ, ਸ਼ਤਰੂ ਦੀ ਕੋਈ ਹਲਚਲ ਹੀ ਨਹੀਂ ਦਿਖਾਈ ਦਿੱਤੀ। ਸਤਿਗੁਰ ਚੜੇ ਅਖੀਰ ਕੋ। ਤਾਂ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਫਿਰ ਸ਼ਿਕਾਰ ਖੇਲਣ ਚੜੇ। ਸੰਗ ਸੈਨਾ ਹੋਈ। ਸਤਿਗੁਰਾਂ ਦੇ ਨਾਲ ਸੈਨਾ ਵੀ ਚੜੀ ਹੈ। ਚੱਲੇ ਆਨੰਦਪੁਰ ਤੇ ਬਜਿਓ। ਆਨੰਦਪੁਰ ਸਾਹਿਬ ਤੋਂ ਚੱਲ ਪਏ। ਰਣਜੀਤ ਨਗਾਰਾ। ਰਣਜੀਤ ਨਗਾਰੇ ਤੇ ਦੋਹਰੀਆਂ ਚੋਬਾਂ ਲੱਗੀਆਂ ਹਨ। ਦੋਹਰੀਆਂ ਚੋਬਾਂ ਲੱਗੀਆਂ ਤੇ ਸਤਿਗੁਰੂ ਜੀ ਸ਼ਿਕਾਰ ਚੜੇ। ਜਹਾਂ ਗਿਰਨ ਕੀ ਕੰਦਰਾ। ਜਿੱਥੇ ਪਹਾੜਾਂ ਦੀਆਂ ਕੰਦਰਾਵਾਂ ਹਨਗੀਆਂ, ਪਹਾੜਾਂ ਦੀਆਂ ਖੱਡਾਂ ਹਨਗੀਆਂ, ਗੁਫਾਵਾਂ। ਸਮਦੂਨ ਉਦਾਰਾ। ਤੇ ਇਹ ਜਿਹੜਾ ਦੂਣ ਦਾ ਇਲਾਕਾ ਸਮ ਹੈ, ਬਰਾਬਰ ਹੈ, ਦਰਿਆ ਦੇ ਨੇੜਲਾ, ਪਹਾੜਾਂ ਦੀ ਮੁੱਢਲਾ ਇਲਾਕਾ। ਤੇਤ ਕੋ ਗਮਨੇ ਪੰਥ ਮਹਿ। ਪੰਥ ਮਾਰਗ ਵਿੱਚ ਉਧਰ ਨੂੰ ਚੱਲ ਪਏ।
ਰਾਜ ਗਗਨ ਚੜਾਈ। ਜਦੋਂ ਨਾਲ ਫੌਜਾਂ ਚੜੀਆਂ, ਘੋੜਿਆਂ ਤੇ ਸਵਾਰ ਸੂਰਮੇ ਸਤਿਗੁਰਾਂ ਨਾਲ ਜਾ ਰਹੇ ਐ, ਤੇ ਰਜ ਜਿਹੜੀ ਧੂੜੀ ਆ ਉਹ ਗਗਨ ਆਕਾਸ਼ ਵਿੱਚ ਛਾ ਗਈ। ਉਠੇ ਨਾਦ ਗਨ ਤੁਪਕ ਕੇ। ਬੰਦੂਕਾਂ ਦੀਆਂ ਸ਼ਲਖਾਂ ਛੱਡੀਆਂ ਗਈਆਂ, ਜਿਹਦਾ ਵੱਡਾ ਨਾਦ ਹੋਇਆ, ਪਹਾੜਾਂ ਵਿੱਚ ਆਵਾਜ਼ ਗੂੰਜੀ ਹੈ। ਜਨ ਮੱਚੀ ਲੜਾਈ। ਮਾਨੋ ਜਿਵੇਂ ਲੜਾਈ ਮਚ ਗਈ ਹੋਵੇ, ਯੁੱਧ ਛਿੜ ਗਿਆ ਹੋਵੇ। ਸ਼ਤਰੂ ਦਾ ਹਿਰਦਾ ਦਹਿਲਾਉਣ ਵਾਸਤੇ, ਸ਼ਤਰੂ ਦਾ ਹਿਰਦਾ ਕੰਬਾਉਣ ਵਾਸਤੇ, ਭਾਵੇਂ ਪਹਾੜੀ ਰਾਜੇ ਆਯੂ ਵਿੱਚ, ਉਮਰਾਂ ਵਿੱਚ ਵੱਡੇ ਹੋਣ, ਆਪਣੇ ਆਪ ਨੂੰ ਰਾਜਨੀਤੀ, ਰਣਨੀਤੀ, ਕੂਟਨੀਤੀ ਵਿੱਚ ਨਿਪੁੰਨ ਸਮਝਦੇ ਹੋਣ, ਤੇ ਜਦਿਅਪੀ ਹੋਣ, ਤਦਿਅਪੀ ਤਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਰਾਜਨੀਤੀ, ਰਣਨੀਤੀ, ਧਰਮ ਨੀਤੀ ਵਿੱਚ ਨਿਪੁੰਨ ਹਨਗੇ। ਗੁਰਾਂ ਦਾ ਕੋਈ ਸਾਨੀ ਨਹੀਂ, ਗੁਰੂ ਲਸਾਨੀ ਹਨਗੇ। ਜਾਣਦੇ ਹੈ ਕਿ ਪ੍ਰਥਮ ਹੀ ਸ਼ਤਰੂ ਨੂੰ ਐਸਾ ਦਹਿਲਾ ਦਿਓ ਕਿ ਸ਼ਤਰੂ ਸਾਹਮਣੇ ਆਉਣ ਲੱਗਿਆਂ 100 ਨਹੀਂ 1000 ਵਾਰੀ ਸੋਚੇ ਕਿ ਮੈਂ ਜੰਗ ਵਾਸਤੇ ਚੱਲਿਆ ਹਾਂ, ਮੁਕਾਬਲਾ ਅੱਗੋਂ ਕਿਹਦਾ ਕਰਨਾ। ਧੰਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਵਰਗੀ ਰਣਨੀਤੀ, ਜਿਨ੍ਹਾਂ ਵਰਗੀ ਧਰਮ ਨੀਤੀ ਤੇ ਜਿਨ੍ਹਾਂ ਵਰਗੀ ਰਾਜਨੀਤੀ ਕੋਈ ਜਾਣਦਾ ਨਹੀਂ। ਸਤਿਗੁਰੂ ਜੀ ਕੂਟਨੀਤੀ ਵਰਤਦੇ ਨਹੀਂ ਹੈ, ਰਾਜਨੀਤੀ ਜਿਹੜੀ ਉਹ ਜਾਣਦੇ ਹੈ, ਪਰ ਵਰਤਦੇ ਧਰਮ ਨੀਤੀ ਹਨਗੇ। ਅਤੇ ਸਤਿਗੁਰੂ ਜੀ ਧਰਮ ਨੀਤੀ ਵਿੱਚ ਨਿਪੁੰਨ ਹਨਗੇ, ਰਣਨੀਤੀ ਵਿੱਚ ਨਿਤੱਗ ਹਨਗੇ ਸਤਿਗੁਰੂ ਜੀ। ਤੇ ਇਸ ਤਰ੍ਹਾਂ ਜਦ ਸ਼ਿਕਾਰ ਖੇਲਣ ਚੜ੍ਹੇ ਐ, ਐਸੀਆਂ ਸ਼ਲਖਾਂ ਛੱਡਦੇ ਐ, ਨਗਾਰੇ ਵਜਾਉਂਦੇ ਐ, ਸ਼ਤਰੂ ਦਾ ਹਿਰਦਾ ਸੁਣ ਕੇ ਦਦਕ ਜਾਵੇ। ਚੀਤੇ ਕੂਕਰ ਬਾਜ ਲੇ। ਫਿਰ ਨਾਲ ਸ਼ਿਕਾਰੀ ਜਾਨਵਰ ਵੀ ਲਏ ਹੋਏ, ਚੀਤੇ ਵੀ, ਕੂਕਰ ਸ਼ਿਕਾਰੀ, ਕੁੱਤੇ ਵੀ, ਬਾਜ ਵੀ। ਬਹਿਰੀ ਸੀ ਚਾਨੇ। ਬਹਿਰੀ ਤੇ ਸੀ ਚਾਨੇ, ਬਾਜ ਦੀਆਂ ਕਿਸਮਾਂ ਹਨਗੀਆਂ, ਵੀ ਸ਼ਿਕਾਰੀ ਪਕਸ਼ੀ ਹੁੰਦੇ ਆ। ਮੀਰ ਸ਼ਿਕਾਰਾਂ ਸੰਯੁਗਤ ਤੇ ਸ਼ਿਕਾਰੀ ਪਕਸ਼ੀ ਨਾਲ ਲੈ ਕੇ ਸ਼ਿਕਾਰ ਖੇਲਣ ਚੜ੍ਹਦੇ ਆ। ਕਾਨਨ ਮਹਿ ਵਿਚਰਤ ਪ੍ਰਭੂ। ਜੰਗਲ 'ਚ ਵਿਚਰਦੇ ਸਤਿਗੁਰੂ। ਮ੍ਰਿਗ ਕੇਤਕ ਹਾਨੇ। ਕਿੰਨੇ ਕੁ ਮਿਰਗਾਂ ਦਾ ਨਾਸ ਕੀਤਾ। ਗਜ ਬਾਜੀ ਜੋਧੇ ਚੜੇ। ਗਜ ਹਾਥੀ, ਬਾਜੀ, ਘੋੜਿਆਂ ਤੇ ਸਵਾਰ ਯੋਧੇ ਸੂਰਮੇ। ਵੇਖ ਕਰ ਹੈ ਅਖੇਰੇ। ਵੇਖ ਵੇਖ ਕੇ ਸ਼ਿਕਾਰ ਖੇਡਦੇ ਐ। ਮਨ ਭਾਵਤ ਫਿਰ ਵਿਪਨ ਮਹਿ। ਮਨ ਪਾਉਂਦੀ ਇੱਛਾ ਮੁਤਾਬਕ ਜੰਗਲ 'ਚ ਵਿਚਰ ਕੇ। ਸ਼ਤਰੂ ਨਹਿ ਨੇਰੇ। ਤੇ ਜਿੱਥੇ ਸ਼ਤਰੂ ਨੇੜੇ ਢੁਕਿਆ ਨਹੀਂ, ਭਾਵ ਸ਼ਤਰੂ ਨੇੜੇ ਆਇਆ ਕੋਈ ਨਹੀਂ ਹੈ। ਬਹੁਰ ਆਨੰਦਪੁਰ ਕੋ ਹਟੇ। ਸੁਤੰਤਰਤਾ, ਨਿਰਭੈਤਾ ਨਾਲ ਸਤਿਗੁਰੂ ਜੀ ਸ਼ਿਕਾਰ ਖੇਲਣ ਚੜ੍ਹੇ ਐ, ਤੇ ਫਿਰ ਸ਼ਿਕਾਰ ਖੇਲ ਕੇ ਵਾਪਸ ਆ ਮੁੜੇ। ਧੌਂਸਾ ਤੁੰਕਾਰੇ। ਅਨੰਦਪੁਰ ਸਾਹਿਬ ਨੂੰ ਜਦੋਂ ਵਾਪਸ ਮੁੜੇ, ਫਿਰ ਪਹਾੜਾਂ ਦੇ ਵਿੱਚ ਧੌਂਸਾ ਨਗਾਰਾ ਵਜਾਇਆ ਹੈ। ਆਏ ਕੋਹੀਆ ਗਨ ਮਿਲੇ। ਜਿਹੜੇ ਕੋਹੀਆ ਪਹਾੜੀ ਲੋਕ ਹੈ, ਉਹ ਆ ਕੇ ਸਤਿਗੁਰਾਂ ਨੂੰ ਮਿਲਦੇ ਐ। ਕਰ ਭੇਟ ਅਗਾਰੇ। ਸਤਿਗੁਰਾਂ ਦੇ ਅੱਗੋਂ ਭੇਟਾਵਾਂ ਰੱਖਦੇ ਹਨ। ਜਿਹੜੇ ਹੋਰ ਪਹਾੜੀਏ ਲੋਕ, ਪਹਾੜਾਂ ਵਿੱਚ ਵਸਣ ਵਾਲੇ, ਰਹਿਣ ਵਾਲੇ ਆਮ ਪਰਜਾ ਦੇ ਲੋਕ ਜਿਹੜੇ ਹੈ, ਉਹ ਸਤਿਗੁਰਾਂ ਪ੍ਰਤੀ ਜਿਹੜੀ ਹੈ ਉਹ ਕੁਝ ਸ਼ਰਧਾ ਵੀ ਰੱਖਣ ਵਾਲੇ ਹੈ, ਪਰ ਕਈ ਜਿਹੜੇ ਹੈ ਸ਼ਰਧਾਵਾਨ ਤੇ ਨਹੀਂ ਹੈ, ਕਿੰਤੂ ਭੈ ਭੀਤ ਹਨ। ਭੈ ਭੀਤ ਹਨ, ਇਸ ਵਾਸਤੇ ਕਈ ਇਉਂ ਹੀ ਸਾਡੇ ਨਗਰ, ਸਾਡੇ ਇਲਾਕੇ ਨੂੰ ਨਾ ਉਜਾੜ ਦੇਣ, ਇਸ ਵਾਸਤੇ ਅੱਗੋਂ ਆ ਕੇ ਮਿਲਦੇ ਆ। ਕਈ ਸ਼ਰਧਾਵਾਨ ਵੀ ਸ਼ਰਧਾ ਸੰਯੁਗਤ ਆ ਕੇ ਮਿਲਦੇ ਆ। ਸਤਿਗੁਰੂ ਜੀ ਨਿਰਭੈਤਾ, ਨਿਰਖੌਫਤਾ ਦੇ ਨਾਲ ਕਹਿਲੂਰ ਦੀਆਂ ਪਹਾੜੀਆਂ ਦੇ ਵਿੱਚ ਸੁਤੰਤਰ ਵਿਚਰ ਕੇ ਸ਼ਿਕਾਰ ਖੇਲਦੇ, ਤੇ ਖੇਲ ਕੇ ਵਾਪਸ ਆਨੰਦਪੁਰ ਸਾਹਿਬ ਨਗਰੀ ਆਉਂਦੇ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ।
ਤੁਛ ਬੁੱਧੀ ਹੈ ਦਾਸ ਜੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਬਾਹਰ ਆਨੰਦਪੁਰ ਕੋ ਹਟੇ, ਧੌਂਸਾ ਤੁੰਕਾਰੇ। ਆਏ ਕੋਹੀਆ ਗਨ ਮਿਲੇ, ਕਰ ਭੇਟ ਅਗਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।